ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਖਬਰਾਂ ਤੇ। ਅਮਰੀਕਾ ਜਾਣ ਲਈ ਵੱਡੀ ਗਿਣਤੀ ਵਿੱਚ ਪ੍ਰਵਾਸੀ ਅਪਲਾਈ ਕਰਦੇ ਨੇ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੂੰ ਵਿੱਤੀ ਸਾਲ 2024 ਦੀ ਪਹਿਲੀ ਛਮਾਹੀ ਲਈ ਵਾਪਸ ਆਉਣ ਵਾਲੇ ਕਰਮਚਾਰੀਆਂ ਲਈ ਉਪਲਬਧ ਕੀਤੇ ਗਏ ਵਾਧੂ 20,716 H2B ਵੀਜ਼ਿਆਂ ਦੀ ਸੀਮਾ ਤੱਕ ਪਹੁੰਚਣ ਲਈ ਕਾਫੀ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ। ਨਵੰਬਰ ਵਿੱਚ ਬਣਾਏ ਗਏ ਇੱਕ ਅਸਥਾਈ ਅੰਤਮ ਨਿਯਮ ਦੇ ਤਹਿਤ 31 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਸ਼ੁਰੂਆਤੀ ਤਰੀਕਾਂ ਵਾਲੇ ਅਹੁਦਿਆਂ ਲਈ ਵੀਜ਼ੇ ਉਪਲਬਧ ਕਰਵਾਏ ਗਏ ਨੇ। ਵਿੱਤੀ ਸਾਲ 2024 ਦੇ ਪਹਿਲੇ ਅੱਧ ਵਿੱਚ ਵਾਪਸ ਆਉਣ ਵਾਲੇ ਕਾਮਿਆਂ ਦੀ ਵੰਡ ਦੇ ਤਹਿਤ ਪੂਰਕ H2B ਵੀਜ਼ਾ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਲਈ ਅੰਤਿਮ ਰਸੀਦ ਦੀ ਮਿਤੀ 9 ਜਨਵਰੀ ਸੀ। USCIS ਨੇ ਕਿਹਾ, ਅਸੀਂ 9 ਜਨਵਰੀ 2024 ਤੋਂ ਬਾਅਦ ਪ੍ਰਾਪਤ ਹੋਈਆਂ ਕਿਸੇ ਵੀ ਕੈਪ ਵਿਸ਼ਾ ਪਟੀਸ਼ਨਾਂ ਨੂੰ ਰੱਦ ਕਰ ਦੇਵਾਂਗੇ ਅਤੇ 31 ਮਾਰਚ 2024 ਨੂੰ ਜਾਂ ਇਸ ਤੋਂ ਪਹਿਲਾਂ ਦੀ ਸ਼ੁਰੂਆਤੀ ਤਰੀਕਾਂ ਵਾਲੇ H2B ਵਾਪਸ ਆਉਣ ਵਾਲੇ ਕਰਮਚਾਰੀਆਂ ਨੂੰ ਕਿਸੇ ਵੀ ਫੀਸ ਨਾਲ ਵਾਪਸ ਕਰ ਦੇਵਾਂਗੇ। ਹਾਲਾਂਕਿ ਇਹ ਅਜੇ ਵੀ ਐਲ ਸਲਵਾਡੋਰ, ਗੁਆਟੇਮਾਲਾ, ਹੋਂਡੂਰਾਸ, ਹੈਤੀ, ਕੋਲੰਬੀਆ, ਇਕਵਾਡੋਰ ਅਤੇ ਕੋਸਟਾਰੀਕਾ ਦੇ ਨਾਗਰਿਕਾਂ ਲਈ ਅਲਾਟ ਕੀਤੇ ਗਏ ਵਾਧੂ 20,000 ਵੀਜ਼ਿਆਂ ਲਈ 31 ਮਾਰਚ 2024 ਨੂੰ ਜਾਂ ਇਸ ਤੋਂ ਪਹਿਲਾਂ ਸ਼ੁਰੂਆਤੀ ਤਰੀਕਾਂ ਵਾਲੇ H2B ਗੈਰ ਪ੍ਰਵਾਸੀ ਕਾਮਿਆਂ ਲਈ ਪਟੀਸ਼ਨਾਂ ਨੂੰ ਸਵੀਕਾਰ ਕਰ ਰਿਹਾ ਹੈ। 12 ਜਨਵਰੀ 2024 ਤੱਕ USCIS ਨੂੰ ਇਹਨਾਂ 7 ਦੇਸ਼ਾਂ ਦੇ ਨਾਗਰਿਕਾਂ ਲਈ ਨਿਰਧਾਰਿਤ 20,000 ਵੀਜ਼ਿਆਂ ਦੇ ਤਹਿਤ 4500 ਕਰਮਚਾਰੀਆਂ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ ਨੇ। ਉਹਨਾਂ ਸਾਰੀਆਂ ਲਈ ਪਟੀਸ਼ਨਾਂ ਵੀ ਸਵੀਕਾਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਾਂਗਰਸ ਦੁਆਰਾ ਨਿਰਧਾਰਿਤ ਕੈਪ ਤੋਂ ਛੋਟ ਦਿੱਤੀ ਗਈ ਹੈ। 10 ਮਹੀਨਿਆਂ ਦੀ ਲੰਬੀ ਚੋਣ ਮੁਹਿੰਮ ਤੋਂ ਬਾਅਦ ਇੱਕ 30 ਸਕਿੰਟ ਦੀ ਵੀਡੀਓ ਵਿੱਚ ਪਤਾ ਲੱਗਦਾ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਦੌੜ ਵਿੱਚ ਕਿੱਥੇ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀਆਂ ਵੱਲੋਂ ਜਾਰੀ ਕੀਤੇ ਗਏ ਇੱਕ ਟੈਲੀਵਿਜ਼ਨ ਇਸ਼ਤਿਹਾਰ ਵਿੱਚ ਨਿੱਕੀ ਹੈਲੀ ਉੱਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਹੁੰਦਿਆਂ ਗੈਸ ਟੈਕਸ ਦੇ ਮੁੱਦੇ ਉੱਤੇ ਢਿੱਲ-ਮੱਠ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਗਿਆ ਹੈ। ਹੈਲੀ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, ਕੋਈ ਘਬਰਾ ਰਿਹਾ ਹੈ। ਨਿੱਕੀ ਹੈਲੀ ਨੇ ਜਦੋਂ ਪਿਛਲੇ ਸਾਲ ਫਰਵਰੀ ਵਿੱਚ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਰਿਪਬਲਿਕਨ ਪਾਰਟੀ ਦੇ ਕਈ ਨੇਤਾਵਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਟਰੰਪ ਦੀ ਉਮੀਦਵਾਰੀ ਲਈ ਖਤਰਾ ਪੈਦਾ ਕਰ ਸਕਦੀ ਹੈ। ਪ੍ਰਾਇਮਰੀ ਚੋਣ VOTING ਦੇ ਸਮੇਂ ਉਹ ਕਈ ਰਾਸ਼ਟਰੀ ਅਤੇ ਸੂਬਾਈ ਸਰਵੇਖਣਾਂ ਵਿੱਚ ਟਰੰਪ ਤੋਂ ਬਾਅਦ ਦੂਜੇ ਸਥਾਨ ਤੇ ਆ ਗਈ ਹੈ। ਉਹਨਾਂ ਨੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਹੌਲੀ-ਹੌਲੀ ਅੱਗੇ ਵਧ ਰਹੇ ਨੇ। ਸੰਭਾਵੀ ਉਮੀਦਵਾਰਾਂ ਦੀ ਬਹਿਸ ਦੇ ਰੂਪ ਵਿੱਚ ਹੈਲੀ ਨੇ ਬਹੁਤ ਸਾਰੇ ਰਿਪਬਲਿਕਨ ਸਮਰਥਕਾਂ ਅਤੇ ਦਾਨੀਆਂ ਨੂੰ ਯਕੀਨ ਦਿਵਾਇਆ ਕਿ ਉਹ ਟਰੰਪ ਅਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਹਰਾਉਣ ਲਈ ਸਭ ਤੋਂ ਵਧੀਆ ਉਮੀਦਵਾਰ ਹੈ। ਨਿੱਕੀ ਹੈਲੀ ਲਈ ਸਮਰਥਨ ਵੱਧ ਰਿਹਾ ਹੈ। ਨਿਊ ਹੈਂਪਸ਼ਾਇਰ ਸਟੇਟ ਦੇ ਗਵਰਨਰ ਕ੍ਰਿਸ ਸੁਨੂਨੂ ਅਮਰੀਕਨ ਫਾਰ ਪ੍ਰੋਸਪੈਰਿਟੀ ਦੇ ਸਮਰਥਨ ਵਿੱਚ ਸਿਆਸੀ ਐਕਸ਼ਨ ਕਮੇਟੀ ਖੁੱਲ੍ਹ ਕੇ ਉਸ ਦੇ ਹੱਕ ਵਿੱਚ ਆ ਗਈ ਹੈ। ਉਹ ਆਪਣੀ ਮੁਹਿੰਮ ਤੇ ਪਹਿਲਾਂ ਹੀ 33 ਕਰੋੜ ਰੁਪਏ ਖਰਚ ਕਰ ਚੁੱਕੇ ਨੇ। ਹਾਲ ਹੀ 'ਚ ਆਇਓਵਾ ਟਾਊਨ ਹਾਲ 'ਚ ਹੈਲੀ ਨੇ ਕਿਹਾ ਕਿ ਡੋਨਾਲਡ ਟਰੰਪ ਸਹੀ ਸਮੇਂ ਤੇ ਸਹੀ ਰਾਸ਼ਟਰਪਤੀ ਸਨ। ਮੈਂ ਉਸ ਦੀਆਂ ਕਈ ਨੀਤੀਆਂ ਨਾਲ ਸਹਿਮਤ ਹਾਂ, ਪਰ ਇਹ ਵੀ ਸੱਚ ਹੈ ਕਿ ਅਰਾਜਕਤਾ ਟਰੰਪ ਦਾ ਪਿੱਛਾ ਕਰਦੀ ਹੈ। ਹੈਲੀ ਦਾ ਕਹਿਣਾ ਹੈ, ਦੁਨੀਆ ਪਹਿਲਾਂ ਹੀ ਅੱਗ ਦੀ ਲਪੇਟ ਵਿੱਚ ਹੈ ਅਤੇ ਅਸੀਂ 4 ਸਾਲਾਂ ਦੀ ਅਰਾਜਕਤਾ ਦੇ ਵਿਚਕਾਰ ਦੇਸ਼ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ਹੈਲੀ ਨੇ ਆਇਓਵਾ ਅਤੇ ਨਿਊ ਹੈਂਪਸ਼ਾਇਰ ਵਿੱਚ ਛੋਟੀਆਂ ਮੀਟਿੰਗਾਂ ਵਿੱਚ ਇਸ ਨੂੰ ਦੁਹਰਾਇਆ। ਉਸਨੇ ਸਿੱਧੇ ਟਕਰਾਅ ਤੋਂ ਬਚਦੇ ਹੋਏ ਬਹੁਤ ਸਾਰੇ ਗੈਰ ਟਰੰਪ ਰਿਪਬਲਿਕਨ ਸਮਰਥਕਾਂ ਨੂੰ ਆਪਣੇ ਹੱਕ ਵਿੱਚ ਕੀਤਾ ਹੈ। ਹੈਲੀ ਦੇ ਵਿਰੋਧੀ ਪ੍ਰਚਾਰ ਕਰ ਰਹੇ ਨੇ ਕਿ ਉਹ ਟਰੰਪ ਨਾਲ ਉਪ ਰਾਸ਼ਟਰਪਤੀ ਦੀ ਚੋਣ ਲੜਨਾ ਚਾਹੁੰਦੀ ਹੈ। ਇੱਕ ਇਕੱਠ ਵਿੱਚ ਇਹ ਪੁੱਛੇ ਜਾਣ ਤੇ ਕਿ ਕੀ ਉਹ ਟਰੰਪ ਨਾਲ ਉਪ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਹੈਲੀ ਨੇ ਜਵਾਬ ਦਿੱਤਾ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦੂਜੇ ਸਥਾਨ ਲਈ ਬਾਜ਼ੀ ਨਹੀਂ ਖੇਡੀ। ਟਰੰਪ ਨੂੰ ਅਜੇ ਵੀ ਸਾਰੇ ਸਰਵੇਖਣਾਂ ਵਿੱਚ ਵੱਡੀ ਬੜ੍ਹਤ ਹੈ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਲਈ ਹੈਲੀ ਦਾ ਰਾਹ ਮੁਸ਼ਕਿਲ ਰਿਹਾ ਹੈ। ਕਈ ਰਾਸ਼ਟਰੀ ਅਤੇ ਰਾਜ ਸਰਵੇਖਣਾਂ ਵਿੱਚ ਟਰੰਪ ਬਾਕੀਆਂ ਤੋਂ ਅੱਗੇ ਨੇ। ਕੁਝ ਦਾਅਵੇਦਾਰਾਂ ਤੇ ਉਸ ਦੀ ਲੀਡ 50 ਅੰਕਾਂ ਤੱਕ ਹੈ। ਹੈਲੀ ਅਤੇ ਇਸ ਦੇ ਸਹਿਯੋਗੀਆਂ ਦਾ ਤਰਕ ਹੈ ਕਿ ਵਿਰੋਧੀਆਂ ਦੇ ਘੱਟ ਹੋਣ ਨਾਲ ਹੈਲੀ ਸਮਰਥਕਾਂ ਦੀਆਂ ਵੋਟਾਂ ਹਾਸਲ ਕਰੇਗੀ। ਦੂਜੇ ਪਾਸੇ ਕਈ ਰਿਪਬਲਿਕਨ ਨੇਤਾਵਾਂ ਦਾ ਕਹਿਣਾ ਹੈ ਕਿ ਹੈਲੀ ਨੂੰ ਉਦੋਂ ਹੀ ਮੌਕਾ ਮਿਲ ਸਕਦਾ ਹੈ ਜਦੋਂ ਟਰੰਪ ਸਿਹਤ ਕਾਰਨਾਂ ਕਰਕੇ ਚੋਣ ਮੈਦਾਨ ਛੱਡਦੇ ਨੇ। ਉਧਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਜ਼ਰਾਂ ਸੋਮਵਾਰ ਰਾਤ ਨੂੰ ਆਇਓਵਾ ਕਾਕਸ ਵਿੱਚ ਹੋਣ ਵਾਲੀ VOTING ਤੇ ਟਿਕੀਆਂ ਹੋਈਆਂ ਨੇ ਜੋ 2024 ਦੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਚੁਣਨ ਦੀ ਲੰਬੀ ਪ੍ਰਕਿਰਿਆ ਸ਼ੁਰੂ ਕਰਦੀ ਹੈ।
ਆਇਓਵਾ ਕੌਕਸ ਵਿੱਚ ਜਿੱਤ ਇੱਕ ਸੁਨੇਹਾ ਦੇਵੇਗੀ ਕਿ ਨਾ ਤਾਂ ਹੱਡੀਆਂ ਨੂੰ ਕੰਬਾ ਦੇਣ ਵਾਲੀ ਠੰਡ ਅਤੇ ਨਾ ਹੀ ਕਾਨੂੰਨੀ ਲੜਾਈ ਉਸ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਰੋਕ ਸਕਦੀ ਹੈ। ਆਇਓਵਾ ਕੌਕਸ ਦੀ ਮੀਟਿੰਗ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਈ। ਕੌਕਸ ਦੇ ਭਾਗੀਦਾਰ 1500 ਤੋਂ ਵੱਧ ਸਕੂਲਾਂ, ਚਰਚਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਆਪਣੇ ਵਿਚਾਰ ਪੇਸ਼ ਕਰਨ ਅਤੇ ਗੁਪਤ ਵੋਟ ਪਾਉਣ ਲਈ ਇਕੱਠੇ ਹੋਣਗੇ। ਟਰੰਪ ਭਰੋਸੇਮੰਦ ਦਿਖਾਈ ਦਿੰਦੇ ਨੇ, ਜਦੋਂ ਕਿ ਉਹਨਾਂ ਦੇ ਇੱਕ ਸਮੇਂ ਦੇ ਮੁੱਖ ਵਿਰੋਧੀ ਰਹੇ ਫਲੋਰੀਡਾ ਦੇ ਗਵਰਨਰ ਆਰ ਡਿਸੈਂਟਿਸ ਆਪਣੇ ਸਿਆਸੀ ਬਚਾਅ ਲਈ ਲੜ ਰਹੇ ਨੇ। ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿੱਚ ਇਕਲੌਤੀ ਔਰਤ ਡਿਸੈਂਟਿਸ ਦਾ ਮੁਕਾਬਲਾ ਕਰ ਰਹੀ ਹੈ। ਦੋਵਾਂ ਨੇ ਸਾਬਕਾ ਰਾਸ਼ਟਰਪਤੀ ਦੇ ਬਦਲ ਦੀ ਪੇਸ਼ਕਸ਼ ਕਰਦੇ ਹੋਏ ਹਾਲ ਹੀ ਦੇ ਹਫ਼ਤਿਆਂ ਵਿੱਚ ਹਮਲਾਵਰ ਪ੍ਰਚਾਰ ਕੀਤਾ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਦੱਸਦੇ ਨੇ ਕਿ ਆਇਓਵਾ ਵਿੱਚ ਟਰੰਪ ਨੂੰ ਵੱਡੀ ਜਿੱਤ ਮਿਲੇਗੀ। ਇਜ਼ਰਾਈਲ ਹਮਾਸ ਦੇ ਖੂਨੀ ਸੰਘਰਸ਼ ਦੇ 100ਵੇਂ ਦਿਨ ਵਿੱਚ ਦਾਖਲ ਹੋਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੂਰੀ ਜਿੱਤ ਪ੍ਰਾਪਤ ਹੋਣ ਤੱਕ ਗਾਜ਼ਾ ਪੱਟੀ ਵਿੱਚ ਫੌਜੀ ਮੁਹਿੰਮ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਬੰਦਕਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਤੇ ਉਹਨਾਂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਹੈ। ਦੱਸ ਦਈਏ ਕਿ ਗਾਜ਼ਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਲੜਾਈ ਨੂੰ ਐਤਵਾਰ ਨੂੰ 100 ਦਿਨ ਪੂਰੇ ਹੋ ਗਏ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਲੜਾਈ ਹੁਣ ਰੁਕਣ ਵਾਲੀ ਨਹੀਂ ਹੈ। ਇਜ਼ਰਾਈਲੀ ਫੌਜ ਪੂਰੀ ਜਿੱਤ ਭਾਵ ਹਮਾਸ ਦੇ ਵਿਨਾਸ਼ ਤੱਕ ਜਾਰੀ ਰਹੇਗੀ। ਬਾਈਡਨ ਨੇ ਆਪਣੇ ਬਿਆਨ 'ਚ ਕਿਹਾ ਕਿ ਨਵੰਬਰ 'ਚ ਕਤਰ, ਮਿਸਰ ਅਤੇ ਇਜ਼ਰਾਈਲ ਨਾਲ ਮਿਲ ਕੇ ਕੰਮ ਕਰਦੇ ਹੋਏ ਅਸੀਂ ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਦਿਨਾਂ ਦੀ ਜੰਗਬੰਦੀ ਨੂੰ ਹਾਸਲ ਕੀਤਾ। ਇਸ ਦੌਰਾਨ 105 ਬੰਦਕਾਂ ਨੂੰ ਰਿਹਾ ਕੀਤਾ ਗਿਆ, ਜਿਨ੍ਹਾਂ ਵਿੱਚ 4 ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਬਲਿੰਕਨ ਜੰਗਬੰਦੀ ਦਾ ਰਸਤਾ ਲੱਭਣ ਅਤੇ ਬੰਦਕਾਂ ਨੂੰ ਰਿਹਾ ਕਰਨ ਲਈ ਸਮਝੌਤੇ ਤੇ ਗੱਲਬਾਤ ਕਰਨ ਲਈ ਮੱਧ ਏਸ਼ੀਆ ਦੇ ਦੌਰੇ ਤੇ ਗਏ ਸਨ। ਅਸੀਂ ਸਾਰੇ ਬੰਦਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਆਪਣੇ ਨੇੜਲੇ ਸਹਿਯੋਗੀਆਂ ਕਤਰ, ਮਿਸਰ ਅਤੇ ਇਜ਼ਰਾਈਲ ਦੇ ਸੰਪਰਕ ਵਿੱਚ ਆ। 100 ਬੰਦਕ ਅਜੇ ਵੀ ਹਮਾਸ ਦੀ ਕੈਦ ਵਿੱਚ ਨੇ, ਜਿਨ੍ਹਾਂ ਵਿੱਚ 6 ਅਮਰੀਕੀ ਨਾਗਰਿਕ ਵੀ ਨੇ। ਨੇਤਨਯਾਹੂ ਨੇ ਹੇਗ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਇਜ਼ਰਾਈਲ ਵਿਰੁੱਧ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੱਖਣੀ ਅਫਰੀਕਾ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ ਹੈ। ਨੇਤਨਯਾਹੂ ਨੇ ਅਦਾਲਤ ਦੇ ਕਿਸੇ ਵੀ ਦਬਾਅ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਦੱਖਣ ਅਤੇ ਉੱਤਰ ਦੋਵਾਂ ਵਿੱਚ ਸੁਰੱਖਿਆ ਬਹਾਲ ਕਰਾਂਗੇ। ਨਾ ਤਾਂ ਹੇਗ ਅਤੇ ਨਾ ਹੀ ਕੋਈ ਹੋਰ ਸ਼ਕਤੀ ਸਾਨੂੰ ਰੋਕ ਸਕਦੀ ਹੈ। ਨੇਤਨਯਾਹੂ ਨੇ ਤੇਲ ਅਵੀਵ ਵਿੱਚ IDF ਹੈੱਡਕੁਆਰਟਰ ਵਿੱਚ ਕਿਹਾ, ਅਸੀਂ ਗਾਜ਼ਾ ਵਿੱਚ ਜਿੱਤ ਦੇ ਰਾਹ ਤੇ ਹਾਂ ਅਤੇ ਅਸੀਂ ਜਿੱਤ ਪ੍ਰਾਪਤ ਕਰਨ ਤੱਕ ਨਹੀਂ ਰੁਕਾਂਗੇ। ਉਹਨਾਂ ਕਿਹਾ ਕਿ ਮੈਂ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਕਿਹਾ ਸੀ ਕਿ ਇਹ ਸਿਰਫ ਸਾਡੀ ਜੰਗ ਨਹੀਂ ਹੈ, ਇਹ ਤੁਹਾਡੀ ਵੀ ਜੰਗ ਹੈ। ਇਹ ਈਰਾਨ ਦੀ ਅਗਵਾਈ ਵਾਲੀ ਬੁਰਾਈ ਦੇ ਧੁਰੇ ਖਿਲਾਫ ਜੰਗ ਹੈ। ਇੰਟਰਨੈਸ਼ਨਲ ਕੋਰਟ 'ਚ ਇਜ਼ਰਾਈਲ ਤੇ ਨਸਲਕੁਸ਼ੀ ਦੇ ਦੋਸ਼ਾਂ ਤੇ ਨੇਤਨਯਾਹੂ ਨੇ ਕਿਹਾ ਕਿ ਇਸ ਬੇਹੂਦਾ ਅਤੇ ਪਖੰਡ ਤੇ ਧਿਆਨ ਨਾ ਦਿਓ। ਇਹ ਅੰਤਰਰਾਸ਼ਟਰੀ ਮੁਹਿੰਮ ਸਾਡੇ ਹੱਥਾਂ ਨੂੰ ਕਮਜ਼ੋਰ ਨਹੀਂ ਕਰੇਗੀ ਅਤੇ ਨਾ ਹੀ ਅੰਤ ਤੱਕ ਲੜਨ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਕਰੇਗੀ। ਇਜ਼ਰਾਈਲ ਰਾਜ ਅਤੇ ਸਾਡੇ ਸੁਰੱਖਿਆ ਬਲ ਇੱਕ ਨੈਤਿਕ ਅਤੇ ਜਾਇਜ਼ ਯੁੱਧ ਲੜ ਰਹੇ ਨੇ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ ਸੰਘਣੀ ਆਬਾਦੀ ਵਾਲੇ ਫਲਸਤੀਨੀ ਐਨਕਲੇਵ ਵਿੱਚ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਵਿੱਚ ਘੱਟੋ-ਘੱਟ 23,843 ਲੋਕ ਮਾਰੇ ਗਏ ਨੇ, ਜਿਨ੍ਹਾਂ ਵਿੱਚ ਲਗਭਗ 75% ਔਰਤਾਂ, ਬੱਚੇ ਅਤੇ ਬਜ਼ੁਰਗ ਸਨ। ਹਮਲਿਆਂ ਨੇ ਗਾਜ਼ਾ ਦੀ ਲਗਭਗ 2.3 ਮਿਲੀਅਨ ਆਬਾਦੀ ਵਿੱਚੋਂ ਜ਼ਿਆਦਾਤਰ ਨੂੰ ਉਜਾੜ ਦਿੱਤਾ ਹੈ ਅਤੇ ਖੇਤਰ ਦੇ ਕਈ ਹਿੱਸਿਆਂ ਨੂੰ ਪੱਧਰਾ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਦੇ ਫੌਜੀਆਂ ਨੇ ਗਾਜ਼ਾ 'ਚ ਲਗਭਗ 9,000 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਜਹਾਜ਼ ਤੂਫਾਨੀ ਮੌਸਮ 'ਚ ਫਸ ਗਿਆ, ਜਿਸ ਕਾਰਨ ਜਹਾਜ਼ ਨੂੰ ਵਾਸ਼ਿੰਗਟਨ ਖੇਤਰ ਦੇ ਇੱਕ ਹਵਾਈ ਅੱਡੇ ਵੱਲ ਮੋੜਨਾ ਪਿਆ। ਜਦੋਂ ਇਹ ਘਟਨਾ ਵਾਪਰੀ, ਹੈਰਿਸ ਜਾਰਜੀਆ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ। ਅਮਰੀਕੀ ਉਪ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਕਰਸਟਨ ਐਲਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ GA 에ਅਰਫੋਰਸ 2 ਨੂੰ ਖਰਾਬ ਮੌਸਮ ਕਾਰਨ ਜੁਆਇੰਟ ਬੇਸ ਐਂਡਰਿਊਜ਼ ਤੋਂ ਡੁਲਸ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਆਪਣੀ ਜਾਣਕਾਰੀ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜਹਾਜ਼ ਨੂੰ ਵਿੰਡ ਸ਼ੀਅਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। ਜਹਾਜ਼ ਤੋਂ ਉਤਰਨ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਮੈਂ ਠੀਕ ਹਾਂ, ਅਸੀਂ ਸਾਰੇ ਹੀ ਸੁਰੱਖਿਅਤ ਹਾਂ। ਅਮਰੀਕਾ ਇੱਕ ਵੱਡੇ ਹਾਦਸੇ ਤੋਂ ਬਚ ਗਿਆ ਹੈ। ਸਾਰਸੋਟਾ, ਫਲੋਰੀਡਾ ਤੋਂ ਰਵਾਨਾ ਹੋਈ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ ਤੇ ਕੁਝ ਸਮੇਂ ਬਾਅਦ ਮਸ਼ੀਨ ਨੇ ਅਚਾਨਕ ਲਾਈਟਾਂ ਝਪਕਣੀਆਂ ਸ਼ੁਰੂ ਕਰ ਦਿੱਤੀਆਂ, ਜੋ ਦਰਵਾਜ਼ਾ ਖੁੱਲ੍ਹਾ ਹੋਣ ਦਾ ਸੰਕੇਤ ਦਿੰਦੀਆਂ ਨੇ। ਇਹ ਦੇਖ ਕੇ ਪਾਇਲਟ ਨੇ ਤੁਰੰਤ ਨਜ਼ਦੀਕੀ ਹਵਾਈ ਅੱਡੇ ਤੇ ਐਮਰਜੈਂਸੀ ਸੁਨੇਹਾ ਭੇਜਿਆ ਅਤੇ ਉੱਥੋਂ ਇਜਾਜ਼ਤ ਲੈ ਕੇ ਜਹਾਜ਼ ਨੂੰ ਲੈਂਡ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ 2434 ਦੁਪਹਿਰ 3:45 ਵਜੇ ਸਾਰਸੋਟਾ, ਫਲੋਰੀਡਾ ਤੋਂ ਸ਼ਿਕਾਗੋ ਵੱਲ ਜਾ ਰਹੀ ਸੀ। ਫਿਰ ਜਹਾਜ਼ ਦੀਆਂ ਐਮਰਜੈਂਸੀ ਲਾਈਟਾਂ ਚਮਕਣ ਲੱਗ ਪਈਆਂ।
ਉਹ ਝਪਕਦੀਆਂ ਲਾਈਟਾਂ ਦੱਸ ਰਹੀਆਂ ਸਨ ਕਿ ਜਹਾਜ਼ ਵਿੱਚ ਕੁਝ ਗੜਬੜ ਪੈਦਾ ਹੋ ਗਈ ਹੈ। ਜਹਾਜ਼ ਨੂੰ ਉਡਾਣ ਵਾਲੇ ਪਾਇਲਟ ਨੇ ਕੋਈ ਜੋਖਮ ਨਹੀਂ ਉਠਾਇਆ ਅਤੇ ਤੁਰੰਤ ਜਹਾਜ਼ ਨੂੰ ਟੈਂਪਾ ਵੱਲ ਮੋੜ ਦਿੱਤਾ। ਇਸ ਦੇ ਨਾਲ ਹੀ ਐਮਰਜੈਂਸੀ ਬਾਰੇ ਜਾਣਕਾਰੀ ਦਿੰਦੇ ਹੋਏ ਪਾਇਲਟਾਂ ਨੂੰ ਐਮਰਜੈਂਸੀ ਦੀਆਂ ਤਿਆਰੀਆਂ ਰੱਖਣ ਦੀ ਅਪੀਲ ਵੀ ਕੀਤੀ ਗਈ। ਜਿਵੇਂ ਹੀ ਟੈਂਪਾ ਤੋਂ ਲੈਂਡਿੰਗ ਸਿਗਨਲ ਮਿਲਿਆ, ਜਹਾਜ਼ ਸ਼ਾਮ 4:35 ਤੇ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ। ਦੱਸ ਦਈਏ ਕਿ ਜਹਾਜ਼ ਵਿੱਚ 123 ਯਾਤਰੀ ਸਵਾਰ ਸਨ ਅਤੇ 5 ਚਾਲਕ ਦਲ ਦੇ ਮੈਂਬਰ ਵੀ ਸਨ। ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ 0 ਤੋਂ ਹੇਠਾਂ ਹੋਣ ਕਾਰਨ ਲੱਖਾਂ ਅਮਰੀਕੀ ਖਤਰਨਾਕ ਠੰਡ ਦਾ ਸਾਹਮਣਾ ਕਰ ਰਹੇ ਨੇ ਅਤੇ ਆਰਕਟਿਕ ਤੋਂ ਆ ਰਹੇ ਤੂਫਾਨਾਂ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਨੇ ਉੱਤਰ ਪੱਛਮ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਇਆ ਹੈ। ਦੱਖਣੀ ਖੇਤਰਾਂ ਵਿੱਚ ਬਰਫ਼ਬਾਰੀ ਹੋਈ ਅਤੇ ਉੱਤਰ ਪੂਰਬ ਵਿੱਚ ਬਰਫੀਲੇ ਤੂਫਾਨ ਕਾਰਨ ਨੈਸ਼ਨਲ ਫੁੱਟਬਾਲ ਲੀਗ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਤਾਪਮਾਨ 0 ਤੋਂ 17 ਡਿਗਰੀ ਸੈਲਸੀਅਸ ਹੇਠਾਂ ਡਿੱਗਣ ਕਾਰਨ ਦੇਸ਼ ਭਰ ਵਿੱਚ ਕਈ ਥਾਵਾਂ ਤੇ ਮੌਸਮ ਸੰਬੰਧੀ ਚੇਤਾਵਨੀਆਂ ਅਤੇ ਸਲਾਹਾਂ ਜਾਰੀ ਕੀਤੀਆਂ ਗਈਆਂ ਨੇ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਉੱਤਰੀ ਟੈਕਸਾਸ ਦੇ ਨਾਲ-ਨਾਲ ਦੱਖਣੀ ਟੈਕਸਾਸ 'ਚ ਵੀ ਠੰਡ ਪੈਣ ਦੀ ਸੰਭਾਵਨਾ ਹੈ, ਜਦਕਿ ਮੌਂਟਾਨਾ ਅਤੇ ਡਕੋਟਾ ਦਾ ਤਾਪਮਾਨ 0 ਤੋਂ 56 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਊਥ ਡਕੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਨਿਊਯਾਰਕ ਦੇ ਬਫੈਲੋ ਵਿੱਚ 1 ਤੋਂ 2 ਫੁੱਟ ਬਰਫ਼ਬਾਰੀ ਦੀ ਸੰਭਾਵਨਾ ਸੀ ਅਤੇ ਅਧਿਕਾਰੀਆਂ ਨੇ ਗੰਭੀਰ ਮੌਸਮ ਦੇ ਕਾਰਨ ਐਤਵਾਰ ਤੋਂ ਸੋਮਵਾਰ ਤੱਕ ਬਫੈਲੋ ਬਿਲਸ ਪਿਟਸਬਰਗ ਸਟੀਲਰਸ NFL ਪਲੇਆਫ ਗੇਮ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਹੈ। ਬਫੈਲੋ 'ਚ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਅਤੇ 2 ਇੰਚ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਰਫ਼ ਡਿੱਗ ਰਹੀ ਸੀ। ਮੈਰੀਲੈਂਡ ਦੇ ਕਾਲਜ ਪਾਰਕ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਇੱਕ ਮੌਸਮ ਵਿਗਿਆਨੀ ਜੈਕ ਟੇਲਰ ਨੇ ਚੇਤਾਵਨੀ ਦਿੱਤੀ ਕਿ ਉੱਤਰ ਪੂਰਬ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਖਰਾਬ ਮੌਸਮ ਕਾਰਨ ਹਵਾਈ ਆਵਾਜਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ। ਸ਼ਨੀਵਾਰ ਨੂੰ ਓਰੇਗਨ ਵਿੱਚ 100 ਦਰਖਤ ਡਿੱਗ ਪਏ। ਇਹਨਾਂ ਚੋਂ ਇੱਕ ਦਰਖਤ ਇੱਕ ਘਰ ਤੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। 2 ਹੋਰ ਲੋਕਾਂ ਦੀ ਮੌਤ ਸ਼ੱਕੀ ਹਾਈਪੋਥਰਮੀਆ ਯਾਨੀ ਜ਼ਿਆਦਾ ਠੰਡ ਦੇ ਕਾਰਨ ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਦਰਖਤ ਦੇ ਸਟੋਵ ਤੇ ਡਿੱਗਣ ਅਤੇ ਅੱਗ ਫੈਲਣ ਕਾਰਨ ਉਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਰੇਗਿਸਤਾਨ ਰਾਜ ਐਰੀਜ਼ੋਨਾ ਵਿੱਚ ਐਤਵਾਰ ਨੂੰ ਇੱਕ ਹੌਟ 에ਅਰ ਬੈਲੂਨ ਫਟ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਐਲੋਏ ਪੁਲਿਸ ਵਿਭਾਗ ਦੇ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:50 ਤੇ ਇੱਕ ਪਿੰਡੂ ਰੇਗਿਸਤਾਨੀ ਖੇਤਰ ਵਿੱਚ ਵਾਪਰਿਆ। ਇਹ ਖੇਤਰ ਰਾਜ ਦੀ ਰਾਜਧਾਨੀ ਫਿਨਿਕਸ ਤੋਂ ਲਗਭਗ 105 ਕਿਲੋਮੀਟਰ ਦੱਖਣ ਪੂਰਬ ਵਿੱਚ ਹੈ। ਸਥਾਨਕ KNXV ਨਿਊਜ਼ ਚੈਨਲ ਦੇ ਅਨੁਸਾਰ ਹਾਦਸੇ ਦੇ ਸਮੇਂ 에ਅਰ ਬੈਲੂਨ ਵਿੱਚ ਕੁੱਲ 13 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 8 ਸਕਾਈ ਡਾਈਵਰ, 4 ਯਾਤਰੀ ਅਤੇ 1 ਪਾਇਲਟ ਸ਼ਾਮਲ ਸੀ। ਹਾਦਸੇ ਤੋਂ ਪਹਿਲਾਂ ਸਕਾਈ ਡਾਈਵਰ ਗੁਬਾਰੇ ਤੋਂ ਬਾਹਰ ਨਿਕਲ ਗਏ। ਚਸ਼ਮਦੀਦਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਗੁਬਾਰਾ ਸਿੱਧਾ ਉੱਪਰ ਅਤੇ ਹੇਠਾਂ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ 3 ਜ਼ਖਮੀਆਂ ਦੀ ਬਾਅਦ 'ਚ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ, ਗਰਮ ਹਵਾ ਦਾ ਗੁਬਾਰਾ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ। NTSB ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਹੇ ਨੇ। ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 90 ਤੋਂ ਵੱਧ ਫਲਸਤੀਨੀ ਮਾਰੇ ਗਏ ਨੇ। ਇਹ ਮੌਤਾਂ 2 ਵੱਖ-ਵੱਖ ਇਜ਼ਰਾਈਲੀ ਹਮਲਿਆਂ ਵਿੱਚ ਹੋਈਆਂ ਨੇ। ਰਿਪੋਰਟਾਂ ਅਨੁਸਾਰ ਗਾਜ਼ਾ ਸਥਿਤ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਕੇਂਦਰ ਗਾਜ਼ਾ ਵਿੱਚ ਇੱਕ ਰਿਹਾਇਸ਼ੀ ਖੇਤਰ ਤੇ ਬੰਬਾਰੀ ਕੀਤੀ, ਜਿਸ ਵਿੱਚ ਇਮਾਰਤ ਜ਼ਮੀਨ ਤੇ ਢਹਿ ਗਈ ਅਤੇ 58 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਵੀ ਹੋਏ ਨੇ। ਇਜ਼ਰਾਈਲੀ ਹਮਲੇ ਕਾਰਨ ਮਿਸਰ ਦੀ ਸਰਹੱਦ ਨੇੜੇ ਰਫਾ ਵਿੱਚ ਇੱਕ ਇਮਾਰਤ ਵੀ ਢਹਿ ਢੇਰੀ ਹੋ ਗਈ। ਬਚਾਅ ਕਰਮਚਾਰੀਆਂ ਨੇ ਮਲਬੇ ਚੋਂ 15 ਲਾਸ਼ਾਂ ਨੂੰ ਬਾਹਰ ਕੱਢਿਆ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇੱਕ ਵੱਖਰੇ ਇਜ਼ਰਾਈਲੀ ਹਮਲੇ ਵਿੱਚ ਦੱਖਣੀ ਗਾਜ਼ਾ ਪੱਟੀ ਦੇ ਇੱਕ ਕਸਬੇ ਖਾਨ ਯੂਨਸ ਵਿੱਚ 14 ਲੋਕ ਮਾਰੇ ਗਏ ਨੇ। ਸਿਵਲ ਡਿਫੈਂਸ ਟੀਮ ਨੇ ਗਾਜ਼ਾ ਦੇ ਜਬਾਲੀਆ ਸ਼ਹਿਰ 'ਚ ਇੱਕ ਘਰ ਦੇ ਮਲਬੇ 'ਚੋਂ 5 ਲਾਸ਼ਾਂ ਅਤੇ ਦਰਜਨਾਂ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੱਧ ਅਤੇ ਦੱਖਣੀ ਗਾਜ਼ਾ ਪੱਟੀ ਤੇ ਇਜ਼ਰਾਈਲ ਦੇ ਤੇਜ਼ੀ ਨਾਲ ਕੀਤੇ ਗਏ ਹਮਲਿਆਂ ਨੇ ਦਰਜਨਾਂ ਲੋਕਾਂ ਦੀ ਮੌਤ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਹੈ ਅਤੇ ਹਜ਼ਾਰਾਂ ਨਾਗਰਿਕਾਂ ਨੂੰ ਬੇਘਰ ਕਰ ਦਿੱਤਾ ਹੈ, ਜੋ ਉੱਤਰੀ ਗਾਜ਼ਾ ਸ਼ਹਿਰ ਨੂੰ ਪੱਟੀ ਦੇ ਮੱਧ ਅਤੇ ਦੱਖਣ ਵੱਲ ਭੱਜ ਗਏ ਨੇ। ਫਲਸਤੀਨੀ ਅਧਿਕਾਰੀਆਂ ਦੇ ਅਨੁਸਾਰ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਦੀਰ ਅਲ ਬਲਾਹ ਅਤੇ ਖਾਨ ਯੂਨਿਸ ਦੇ ਕੇਂਦਰੀ ਅਤੇ ਦੱਖਣੀ ਰਾਜਪਾਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੀ ਬੰਬਾਰੀ ਤੇਜ਼ ਕਰ ਦਿੱਤੀ ਹੈ। ਗਾਜ਼ਾ ਵਿੱਚ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਧਕ ਬਣਾਏ ਗਏ ਲੋਕ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ, ਖਾਸ ਕਰਕੇ ਬੰਧਕ ਜੋ ਵੱਡੀ ਉਮਰ ਦੇ ਨੇ, ਜੀਵਨ ਰੱਖਿਅਕ ਦਵਾਈਆਂ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਇਸੇ ਦੇ ਮੱਦੇਨਜ਼ਰ ਕਤਰ ਰਾਹੀਂ ਬੰਧਕਾਂ ਤੱਕ ਦਵਾਈਆਂ ਪਹੁੰਚਾਉਣ ਦਾ ਸੌਦਾ ਕੀਤਾ ਗਿਆ ਹੈ।
ਇਜ਼ਰਾਈਲ ਨੇ ਗਾਜ਼ਾ ਵਿੱਚ ਬੰਦਕ ਬਣਾਏ ਗਏ ਆਪਣੇ ਨਾਗਰਿਕਾਂ ਨੂੰ ਲੈ ਕੇ ਇੱਕ ਨਵੇਂ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਸੱਦੇ ਦੇ ਤਹਿਤ ਇਜ਼ਰਾਈਲ ਬੰਦਕਾਂ ਤੱਕ ਦਵਾਈਆਂ ਪਹੁੰਚਾ ਸਕੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਬੰਦਕਾਂ ਨੂੰ ਜ਼ਰੂਰੀ ਦਵਾਈਆਂ ਦੀ ਸਪੁਰਦਗੀ ਦੀ ਆਗਿਆ ਦੇਣ ਲਈ ਕਤਰ ਨਾਲ ਸਮਝੌਤਾ ਕੀਤਾ ਹੈ। ਅਗਲੇ ਕੁਝ ਦਿਨਾਂ ਵਿੱਚ ਬੰਦਕਾਂ ਨੂੰ ਦਵਾਈਆਂ ਪਹੁੰਚਾ ਦਿੱਤੀਆਂ ਜਾਣਗੀਆਂ। ਇਜ਼ਰਾਈਲ ਦੇ ਪੀਐਮ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਖੂਫੀਆ ਏਜੰਸੀਆਂ ਮੋਸਾਦ ਦੇ ਮੁਖੀ ਡੇਵਿਡ ਬਰਨੀਆ ਨੇ ਇਜ਼ਰਾਈਲ ਦੀ ਤਰਫੋਂ ਕਤਰ ਨਾਲ ਗੱਲਬਾਤ ਕੀਤੀ। ਬੰਦਕਾਂ ਅਤੇ ਲਾਪਤਾ ਦੇ ਪਰਿਵਾਰਾਂ ਲਈ ਫੋਰਮ ਨੇ ਕਿਹਾ ਹੈ ਕਿ ਉਹ ਇਸ ਗੱਲ ਦਾ ਸਬੂਤ ਚਾਹੁੰਦਾ ਹੈ ਕਿ ਦਵਾਈਆਂ ਬੰਦਕਾਂ ਤੱਕ ਪਹੁੰਚਦੀਆਂ ਨੇ ਜਾਂ ਨਹੀਂ। ਫੋਰਮ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਦੇ ਸੁਰੰਗਾਂ ਵਿੱਚ 98 ਦਿਨਾਂ ਤੋਂ ਬੰਦਕ ਬਣਾਏ ਗਏ ਸਾਰੇ ਲੋਕ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਉਹਨਾਂ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਜ਼ਰੂਰਤ ਹੈ। ਦਵਾਈਆਂ ਤੋਂ ਇਲਾਵਾ ਬੰਦਕਾਂ ਨੂੰ ਵੀ ਇਲਾਜ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਬੰਦਕ ਬਜ਼ੁਰਗ ਨੇ ਅਤੇ ਉਹਨਾਂ ਨੂੰ ਪੁਰਾਣੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਹਰ ਰੋਜ਼ ਦਵਾਈਆਂ ਦੀ ਲੋੜ ਹੁੰਦੀ ਹੈ। ਉਹਨਾਂ ਦੇ ਪਰਿਵਾਰਾਂ ਨੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਬੰਦਕਾਂ ਨੂੰ ਦਵਾਈ ਦੇਣ ਅਤੇ ਉਹਨਾਂ ਦੀਆਂ ਸਥਿਤੀਆਂ ਦਾ ਮੁਆਇਨਾ ਕਰਨ ਲਈ ਮਿਲਣ। ਹਾਲਾਂਕਿ ਹਮਾਸ ਨੇ ਅਜੇ ਤੱਕ ਰੈੱਡ ਕਰਾਸ ਨੂੰ ਬੰਦਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਨੇ ਦੱਖਣੀ ਇਜ਼ਰਾਈਲ ਤੇ ਹਮਲਾ ਕਰਕੇ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਲਗਭਗ 240 ਲੋਕਾਂ ਨੂੰ ਅਗਵਾ ਕਰ ਲਿਆ। ਦਸੰਬਰ ਵਿੱਚ ਕਤਰ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਇੱਕ ਜੰਗਬੰਦੀ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਕਰੀਬ 100 ਬੰਦਕਾਂ ਨੂੰ ਰਿਹਾ ਕੀਤਾ ਗਿਆ ਸੀ। ਹਮਲੇ ਦੌਰਾਨ ਅਗਵਾ ਕੀਤੇ ਜਾਣ ਤੋਂ ਬਾਅਦ ਗਾਜ਼ਾ ਵਿੱਚ ਲਗਭਗ 130 ਲੋਕ ਅਜੇ ਵੀ ਹਮਾਸ ਅਤੇ ਹੋਰ ਸਮੂਹਾਂ ਵੱਲੋਂ ਬੰਦਕ ਬਣਾਏ ਹੋਏ ਨੇ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।